ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੀ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਵੈ ਸੁਆਮੀ ਮਾਨਸ ਕੀ ਗਤ जो हमारी नित होती मेरे सतगुरा साबिद तुम हर जानो आपे हम फिरते कोई बात ना पूछता गुर सतगुर संग कीरे हम तपे धन धन गुरु नानक जिन केरा जित मिले चुकै सब सोग संतापे परम सम्मानयोग जुग जुग अकाल तख्त चौड़ शब्द के मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर मेरी पीरी के मालक श्री गुरु हरगोबिंद साहिब महाराज जी के पावन पवित्र स्थान गुरुद्वारा श्री बौली साहिब जी विखे सजे हुए मसीहा के विशेष दीवाना की आप संगत हाजरी भर के लाहा प्राप्त कर रहे हो, जीवन दी घड़ियां सफला कर रहे हो। सतगुरु महाराज जी ने फरमान वडभागी हाँ संगत पावे भागहीन तम टोटा खावे बिन भागा सत्संग ना लभे बिन संगत मैं तरीके की हो। सत्कारयोग छोटा वीर भाई सरबजीत सिंह आप जी नूं संगत की महानता जिहड़ी है वो सरवण करा रहे सी। सतगुरु महाराज जी कहते हैं कि ये जिहड़ा साडा मन है ना, ये मन संकल्प ते विकल्पां का एक इकट्ठ है। इस मन दे विच फुरनियां दा एक घर है, जिस मन नूं ही फुरनियां दा घर, एक फुरनियां दा महल, एक फुरनियां दा डेरा आख सकते हैं, जिहदे विच कई तरह के चंगे ते माड़ी ख्याल पैदा होंदे ने। सतगुरु महाराज कहते फिर ये मन जिहड़ा है ना, ये कई लंबे समय तो चंगे ते माड़े फुरनियां दी मैल दे करके मैला हो चुकिया है। हुण इस मन नूं मैले मन नूं धोण दा जेकर यतन करना है, सतगुरु महाराज कहते ने उहदे वास्ते फिर सत संगत रूपी ये जग साल है जिथे इस मन को धोता जा सकता है। तो सतगुरु महाराज कहते हैं असी कई बार किसी को
ਬਹੁਤਾ ਧਨ ਹੋਵੇ, ਬਹੁਤੇ ਪਦਾਰਥ ਹੋਵਣ, ਤੇ ਅਸੀਂ ਕਹਿੰਦੇ ਹਾਂ ਕਿ ਸ਼ਾਇਦ ਇਹ ਬੜੇ ਭਾਗਾਂ ਵਾਲਾ ਨੇ। ਕਿਸੇ ਦਾ ਘਰ ਵੱਡਾ ਵੇਖ ਕੇ ਅਸੀਂ ਅੰਦਾਜ਼ਾ ਲਾ ਲੈਂਦੇ ਹਾਂ ਕਿ ਇਹ ਭਾਗਾਂ ਵਾਲਾ ਹੈ। ਕਿਸੇ ਕੋਲ ਬਹੁਤਾ ਧਨ ਵੇਖ ਕੇ ਅਸੀਂ ਇਹ ਵੀ ਅੰਦਾਜ਼ਾ ਲਾਉਂਦੇ ਹਾਂ ਕਿ ਇਹ ਵੀ ਭਾਗਾਂ ਵਾਲਾ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਦੁਨਿਆਵੀ ਧਨ ਹੁੰਦੇ ਨੇ ਇਹ ਥੋੜੇ ਸਮੇਂ ਵਾਸਤੇ ਹੁੰਦੇ ਨੇ। ਕਈ ਵਾਰੀ ਇਹ ਟਿਕਦੇ ਨੇ ਤੇ ਕਈ ਵਾਰੀ ਇਹ ਚਲੇ ਵੀ ਜਾਂਦੇ ਨੇ। ਪਰ ਧਨ ਕਰਕੇ ਇਹ ਨਹੀਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਭਾਗਾਂ ਵਾਲਾ ਹੈ। ਮਹਾਰਾਜ ਕਹਿੰਦੇ ਨੇ ਭਾਗਾਂ ਵਾਲਾ ਉਹਨੂੰ ਆਖਦੇ ਆ, ਚੰਗੇ ਭਾਗ, ਉੱਤਮ ਭਾਗ ਉਹਨੂੰ ਆਖੀਦਾ ਹੈ ਕਿ ਜਿਹੜਾ ਸਤ ਸੰਗਤ ਦੇ ਵਿੱਚ ਆ ਕੇ ਬੈਠ ਜਾਂਦਾ ਹੋਵੇ। ਵਡਭਾਗੀ ਹਾਲ ਸੰਗਤ ਪਾਵੇ। ਤੇ ਮਾੜੇ ਭਾਗਾਂ ਦੀ ਨਿਸ਼ਾਨੀ ਕੀ ਹੈ? ਭਾਗਹੀਨ ਭ੍ਰਮ ਝੋਟਾ ਖਾਵੇ। ਜਿਹੜੇ ਮਾੜੇ ਭਾਗਾਂ ਵਾਲਾ ਹੈ ਉਹ ਭਰਮਦਾ ਪਿਆ ਹੈ, ਸੰਸਾਰ ਦੇ ਵਿੱਚ ਵੀ ਉਹ ਭਟਕਦਾ ਹੈ। ਤੇ ਸੰਸਾਰ ਦੇ ਵਿੱਚ ਜਿੰਨੀ ਦੇਰ ਸਰੀਰ ਹੈ ਉਨੀ ਦੇਰ ਉਹਦੀ ਦੌੜ ਲੱਗੀ ਰਹਿੰਦੀ ਆ ਕਿ ਸੈਸ ਖੱਟੀ ਲੱਖ ਕੋਟ ਤਾਵੇ, ਤ੍ਰਿਪਤ ਨਾ ਵੀ ਮਾਇਆ ਪਾਛੇ ਪਾਵੇ। ਤੇ ਬਾਅਦ ਵਿੱਚ ਜਦੋਂ ਮਰ ਜਾਂਦਾ ਹੈ ਤੇ ਮਰਨ ਤੋਂ ਬਾਅਦ ਵਿੱਚ ਵੀ ਟਿਕਾਣਾ ਨਹੀਂ ਮਿਲਦਾ, ਟਿਕਾ ਨਹੀਂ ਮਿਲਦਾ। ਫਿਰ ਉਸ ਤੋਂ ਬਾਅਦ ਵਿੱਚ ਵੀ ਭਟਕਣਾ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਇਸ ਸਮੇਂ ਨੂੰ ਸਫਲਾ ਕਰੀਏ, ਮਨ ਬਿਰਤੀਆਂ ਕਰੋ ਇਕਾਗਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਮਰਿਆਦਾ ਇਹ ਸਾਨੂੰ ਬਖਸ਼ਿਸ਼ ਕਰ ਦਿੱਤੀ ਹੈ ਕਿ ਜਦੋਂ ਵੀ ਸਿੱਖ ਤੋਂ ਮਿਲੇ ਤੇ ਫਤਿਹ ਬੁਲਾ ਕਰਕੇ ਉਹ ਆਪਣੀ ਹਾਜ਼ਰੀ ਲਵਾਉਂਦਾ ਹੈ। ਆਓ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਵਾਜੀ ਨਾ ਰਹੇ, ਮਨ ਬਿਰਤੀਆਂ ਕਰੋ ਇਕਾਗਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਅਸੀਸ ਰੂਪ ਸਤਿਗੁਰੂ ਮਹਾਰਾਜ ਜੀ ਦੀ ਫਤਿਹ ਪ੍ਰਵਾਨ ਕਰੋ ਜੀ। ਮਿਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਇਤਿਹਾਸਿਕ ਦਿਹਾੜਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਿਵਸ। ਇਹ ਜਿਸ ਧਰਤੀ ਤੇ ਅਸੀਂ ਰਹਿਣ ਵਾਲੇ ਹਾਂ, ਇਹਨੂੰ ਪੰਜਾਬ ਦੀ ਧਰਤੀ ਨੂੰ ਦੁਨੀਆ ਦੇ ਵਿੱਚ ਕਿਤੇ ਵੀ ਦੇਖ ਲਓ, ਹਰ ਇਨਸਾਨ ਨੂੰ ਪਤਾ ਹੈ ਕਿ ਪੰਜਾਬ ਕਿੱਥੇ ਹੈ ਤੇ ਪੰਜਾਬ ਕਿਵੇਂ ਦਾ ਹੈ। ਇਸ ਧਰਤੀ ਜਿਹੜੀ ਗਲੋਬਲ ਹੈ, ਇਹਦੇ ਵਿੱਚ ਬਹੁਤ ਸਾਰੇ ਐਸੇ ਛੋਟੇ ਵੱਡੇ ਦੇਸ਼ ਨੇ। ਫਿਰ ਉਹਨਾਂ ਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਨੇ, ਰਾਜ ਨੇ ਕਿ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ। ਸਾਡੇ ਵਿੱਚੋਂ ਵੀ ਅਸੀਂ ਬਹੁਤੇ ਰਾਜਾਂ ਨੂੰ ਨਹੀਂ ਜਾਣਦੇ ਹੋਵਾਂਗੇ। ਕਈ ਤਾਂ ਦੇਸ਼ਾਂ ਦੇ ਨਾਮ ਵੀ ਅਸੀਂ ਨਹੀਂ ਜਾਣਦੇ ਹੋਵਾਂਗੇ। ਪਰ ਜੇਕਰ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਨੂੰ ਵੀ ਜਾ ਕੇ ਪੁੱਛ ਲਓ ਕਿ ਪੰਜਾਬ ਬਾਰੇ ਪਤਾ ਹੈ ਤੇ ਹਾਂ ਇੱਕ ਇਨਸਾਨ ਕਹਿੰਦਾ ਹੈ ਕਿ ਹਾਂ ਮੈਂ ਜਾਣਦਾ ਹਾਂ ਪੰਜਾਬ ਬਾਰੇ। ਤਕਰੀਬਨ ਲੰਮੇ ਹੀ ਸਮੇਂ ਤੋਂ ਜਦੋਂ ਪੰਜਾਬ ਦੇ ਉੱਪਰ ਹਿੰਦੁਸਤਾਨ ਦੀ ਇਸ ਧਰਤੀ ਦੇ ਉੱਤੇ ਦਰਿਆ ਖੈਬਰ ਥਾਣੀ ਲੰਘ ਕੇ ਹਮਲਾਵਰ ਆਉਂਦੇ ਸੀ ਤੇ ਸਭ ਤੋਂ ਪਹਿਲਾਂ ਇਸੇ ਹੀ ਧਰਤੀ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਭਾਵੇਂ ਉਹ ਗਜ਼ਨਵੀ ਆਏ, ਭਾਵੇਂ ਉਹ ਬਾਬਰ ਕੇ ਆਏ, ਭਾਵੇਂ ਮੁਗਲ ਆਏ, ਭਾਵੇਂ ਤੁਗਲਕ ਆਏ, ਕੋਈ ਵੀ ਹਮਲਾਵਰ ਬਣ ਕੇ ਆਇਆ ਤੇ ਸਭ ਤੋਂ ਪਹਿਲਾਂ ਪੰਜਾਬ ਨੇ, ਇਸ ਧਰਤੀ ਨੇ ਉਸ ਸਾਲ ਨੂੰ ਸਹਾਰਿਆ। ਇਹੀ ਉਹ ਪਾਵਨ ਧਰਤੀ ਹੈ ਜਿਸ ਧਰਤੀ ਦੇ ਉੱਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਪਾਵਨ ਬਾਣੀ ਦਾ ਉਚਾਰਨ ਕੀਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਬਾਬ ਦੀ, ਸਤਿਗੁਰੂ ਮਹਾਰਾਜ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਇਸ ਧਰਤੀ ਦੇ ਉੱਤੇ ਕੀਤਾ। ਇਹ ਉਹੀ ਧਰਤੀ ਹੈ ਜਿਸ ਧਰਤੀ ਦੇ ਉੱਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਕੇ, ਜਿਨ੍ਹਾਂ ਨੂੰ ਲੋਕ ਨੀਵੇਂ ਆਖਦੇ ਸੀ,
जिन्हां नूं लोक शूद्र आखदे सी, गुरु अर्जन देव महाराज सतगुरु जी ने उन्हां नूं अपनाया, एक ग्रंथ दे विच सारिआं नूं शामिल कर दिता। भगतां भट्टां दी बाणी शामिल करके, गुरु साहिबानां दी बाणी शामिल करके इस धरती दे उत्ते सतगुरु महाराज जी ने संपादना की। इस ही धरती ने फिर एक राजनीति का युग वेख्या, जो शांतमय तरीके दे नाल गुरु अर्जन देव महाराज जी की शहादत हुई ते जुल्म जिहड़ा सी फिर भी ना रुकिया। फिर मीरी पीरी दे मालक धन गुरु हरगोबिंद साहिब महाराज ने इस ही धरती के उपर स्थापना श्री अकाल तख्त साहिब की की ते धन गुरु हरगोबिंद साहिब महाराज जी ने 2 तलवारां बत्तियां, एक मीरी दी, एक पीर दी, एक अजमत दी, एक राज दी, एक राखी करे वजीर दी। सतगुरु गुरु हरगोबिंद साहिब महाराज पातशाह ने धर्म उत्ते राजनीति को एक ही झंडे के थले, एक ही तख्त तो सतगुरु महाराज जी ने चलाया। यही धरती है जिस धरती के उपर धन गुरु गोबिंद सिंह जी महाराज पातशाह जी ने देखिया कि संसार फिर भी अजे वख-वख जातां दे विच, धड़ियां दे विच, वख-वख कबीलियां दे विच, बरादरियां दे विच वंडिया पिया है। मनुखता की ताकत जिहड़ी सी वो वंडी हुई सी। गुरु गोबिंद सिंह महाराज सच्चे पातशाह जी ने 30 मार्च 1699 की विसाखी वाले दिन सतगुरु महाराज जी ने साडे ते वो एहसान किया, वो परोपकार किया, जिस परोपकार का, जिस एहसान का बदला साडा जीवन दे के भी पूरा नहीं हो सकता। अगले कुछ दिनों के जो शहादतां दे दिन शुरू होते हैं तो उन्होंने शहादतां दे दिनों के धन गुरु गोबिंद सिंह महाराज पातशाह जी के परिवार के जी जिहड़े 7 दिनों के 5 जियां की शहादत होती है। ਇਹ ਪੰਜਾਬ ਦੀ ਧਰਤੀ ਨੇ ਉਹ ਸੁਨਹਿਰਾ ਸਮਾਂ ਵੀ ਦੇਖਿਆ ਕਿ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ, ਜਿਹੜੇ ਜ਼ੁਲਮੀ ਸਨ, ਜਿਨ੍ਹਾਂ ਨੇ ਧਰਮ ਦੇ ਨਾਂ ਦੇ ਉੱਤੇ, ਕੱਟੜਵਾਦ ਦੇ ਨਾਂ ਦੇ ਉੱਤੇ ਜਾਂ ਰਾਜਸੀ ਸ਼ਕਤੀ ਦੇ ਵਿੱਚ ਅੰਨੇ ਹੋਏ ਜਿਹੜੇ ਲੋਕ ਸੀ, ਜਿਨ੍ਹਾਂ ਨੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ, ਉਹ ਸਮਾਂ ਵੀ ਇਸ ਪੰਜਾਬ ਦੀ ਧਰਤੀ ਨੇ ਦੇਖਿਆ। ਤੇ ਉਸ ਸਮੇਂ ਤੋਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਤੇ ਸਿੱਖ ਰਾਜ, ਪਹਿਲਾ ਸਿੱਖ ਰਾਜ ਦੀ ਸਥਾਪਨਾ ਕੀਤੀ, ਕਿ ਪੰਜਾਬ ਨੇ ਉਹ ਵੀ ਸਮਾਂ ਦੇਖਿਆ। ਇਹ ਪੰਜਾਬ ਦੀ ਧਰਤੀ ਨੇ ਫਿਰ ਉਹ ਸਮਾਂ ਦੇਖਿਆ ਜਿਸ ਸਮੇਂ ਨੂੰ ਕੇਵਲ ਕਾਲਾ ਦੌਰ ਆਖਿਆ ਜਾਂਦਾ ਸੀ, ਜਿਹਦੇ ਵਿੱਚ ਕੇਵਲ ਸ਼ਹਾਦਤਾਂ ਹੀ ਹੋਈਆਂ। सिख घर बार छड्डे सिखां ने, घोड़ियां दी काठियां नूं घर बना लिया, दरख्तां दे पत्ते खा करके गुजारा किया, छप्पड़ां दे विच पानी पी के गुजारा किया, तन दे उत्ते सियाल दे दिनां दे विच भी कोई कपड़ा ना होना ते तां भी गुजारा किया। अज दुनिया इस गल नूं वेख के हैरान होंदी पई है कि जिथे हुण दसंबर चलदा पिया, दसंबर के महीने के कड़ाके की ठंड लोगों को रजाइयां दे विच भी ठारदी पई है, उत्थे फिर भी अज तक किसान जिहड़ा है वो दिल्ली दीआं सड़कों के उपर बैठा होया, वो गल्लां, वो इतिहास लोगों को याद कराउंदा पिया कि ना कि असीं ठंडा बुरज भुल्ले हां ते ना ही असीं चांदनी चौक भुल्ले हां। सिखां ने वो भी समा देखिया, अंग्रेज का राज आया, शेरे पंजाब की हुकूमत खत्म हुई। इस धरती ने जिन्हें पहलों मुगलों के जोर ते जुल्म का मुकाबला किया, अज पंजाब के लोगों का मुकाबला उन्हां दे नाल सी जिहड़े हर पक्ष तो जिहड़े सी वो संपन्न सी, हर पक्ष के तो तैयार सी। अंग्रेज़ों के नाल मुकाबला सी जिहड़े पढ़ाई के पक्ष तो विकसित सन, धन दौलत के पदार्थों के पक्ष तो विकसित सन। उस समय दे विच जिहड़े सिखां दे धाम जिहड़े सी उन्हां दे उपर चलो पहलों महंत उदासी जिहड़े सन, निर्मले सन, उन्होंने गुरु घरां दी बड़ी सेवा ते संभाल की। असीं एक वड्डिओ ये नहीं नकार सकते कि सिखां ने जिहड़ा है ये उदासियां ने, ये निर्मलियां ने सिक्खी का धाम किया।
ਹਾਲਾਂਕਿ ਉਦਾਸੀਆਂ ਤੇ ਨਿਰਮਲਿਆਂ ਨੇ ਉਸ ਵੇਲੇ ਗੁਰੂ ਧਾਮਾਂ ਨੂੰ ਸਾਂਭਿਆ ਜਦੋਂ ਸਿੱਖ ਜੁਝਾਰੂ ਬਣ ਕੇ ਘੋੜੀਆਂ ਦੀਆਂ ਕਾਠੀਆਂ ਦੇ ਉੱਤੇ ਰਾਤਾਂ ਬਤੀਤ ਕਰਦੇ ਰਹੇ। ਪਰ ਸਮਾਂ ਜਦੋਂ ਆਇਆ, ਅੰਗਰੇਜ਼ ਸਰਕਾਰ ਨੇ ਮਹੰਤਾਂ ਨੂੰ ਸ਼ਹਿ ਦਿੱਤੀ, ਜ਼ਗੀਰਾਂ ਦਿੱਤੀਆਂ, ਪੂਰੀ ਖੁੱਲ੍ਹ ਦੇ ਦਿੱਤੀ ਕਿ ਗੁਰੂ ਘਰਾਂ ਦੇ ਵਿੱਚ ਜਿੰਨੀ ਵੀ ਮਨਮਾਨੀ ਤੁਸੀਂ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ, ਤੁਹਾਨੂੰ ਕੋਈ ਰੋਕੇਗਾ ਨਹੀਂ। ਤੁਹਾਡੇ ਤੇ ਕੋਈ ਪਰਚਾ ਨਹੀਂ ਹੋਏਗਾ, ਤੁਹਾਨੂੰ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਏਗੀ, ਤੇ ਜੋ ਵੀ ਗੁਰੂ ਘਰ ਦੀ ਆਮਦਨ ਹੈ ਉਹਦੇ ਹੱਕਦਾਰ ਕੇਵਲ ਤੁਸੀਂ ਹੋਵੋਗੇ। ਮਹੰਤਾਂ ਨੇ ਫਿਰ ਆਪਣੇ ਕਰੈਕਟਰ ਨੂੰ, ਆਪਣੇ ਕਿਰਦਾਰ ਤੋਂ ਡਿੱਗੇ ਨੇ, ਤੇ ਉਹ ਕਰਮ ਜਿਹੜੇ ਸੀ ਗੁਰੂ ਧਾਮਾਂ ਦੇ ਵਿੱਚ ਕੀਤੇ ਜਿਨ੍ਹਾਂ ਨੂੰ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤਾ। ਸਭ ਤੋਂ ਪਹਿਲਾਂ ਜਦੋਂ ਈਸਾਈਅਤ ਨੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਪੈਰ ਪਸਾਰਨੇ ਸ਼ੁਰੂ ਕੀਤੇ, ਅੱਜ ਵੀ ਅਸੀਂ ਦੇਖਦੇ ਹਾਂ ਕਿ ਈਸਾਈਅਤ ਭੋਲੇ ਭਾਲੇ ਲੋਕਾਂ ਨੂੰ, ਗਰੀਬ ਲੋਕਾਂ ਨੂੰ ਲਾਲਚ ਦੇ ਕਰਕੇ, ਕੁਝ ਪੈਸਿਆਂ ਦਾ ਲਾਲਚ ਦੇ ਕਰਕੇ ਤੇ ਆਪਣੇ ਵਾਲੇ ਪਾਸੇ ਖਿੱਚਣ ਦਾ ਯਤਨ ਕਰਦੇ ਪਏ ਆ। ਤੇ ਕੁਝ ਸਾਡੇ ਭੋਲੇ ਭਾਲੇ ਭਰਾ ਜਿਹੜੇ ਨੇ ਉਹ ਕਾਮਯਾਬ ਵੀ ਹੋ ਜਾਂਦੇ ਨੇ ਉਹਨਾਂ ਦੀ ਚਾਲ ਦੇ ਵਿੱਚ। ਪਰ ਜੇਕਰ ਅਸੀਂ ਇਤਿਹਾਸ ਨੂੰ ਪੜ੍ਹੀਏ, ਗਿਆਨੀ ਗੁਰਮੁਖ ਸਿੰਘ ਹੋਣਾ ਨੂੰ, ਗਿਆਨੀ ਦਿਵ ਸਿੰਘ ਹੋਣਾ ਨੂੰ, ਕਿ ਖਾਲਸਾ ਕਾਲਜ ਦੇ ਵਿੱਚ ਘਟਨਾ ਵਾਪਰੀ ਜਦੋਂ ਸਿੰਘ ਸਭਾ ਲਹਿਰ ਹੋਂਦ ਦੇ ਵਿੱਚ ਆਉਂਦੀ ਆ, 3 ਨੌਜਵਾਨ ਜਿਹੜੇ ਸਨ ਉਹਨਾਂ ਨੇ ਸਿੱਖੀ ਨੂੰ ਛੱਡ ਕੇ ਤੇ ਈਸਾਈ ਧਰਮ ਦੇ ਵਿੱਚ ਜਾਣ ਨੂੰ ਤਿਆਰ ਹੋਏ। ਗਿਆਨੀ ਗੁਰਦਿੱਤ ਸਿੰਘ ਜੀ, ਗਿਆਨੀ ਗੁਰਮੁਖ ਸਿੰਘ ਹੋਣਾ ਨੂੰ ਪਤਾ ਲੱਗਿਆ, ਉਹਨਾਂ ਨੂੰ ਤੇ ਰੋਕਿਆ ਤੇ ਮਨ ਦੇ ਵਿੱਚ ਇਹ ਦ੍ਰਿੜ ਨਿਸ਼ਚਾ ਕਰ ਲਿਆ ਕਿ ਲੱਗੇ ਕਿ ਅੱਜ ਸਾਡੀ ਲੜਾਈ ਕੇਵਲ ਤਲਵਾਰਾਂ ਦੀ ਨਹੀਂ ਹੈ, ਇਹ ਮਾਨਸਿਕਤਾ ਤੋਂ ਜਿਹੜੇ ਸਾਨੂੰ ਥੱਲੇ ਟਿਕਣਾ ਚਾਹੁੰਦੇ ਆ, ਅੱਜ ਉਹਨਾਂ ਦੇ ਨਾਲ ਲੜਾਈ ਹੈ। ਅੱਜ ਸਿੱਖ ਦੀ ਲੜਾਈ ਜਿਹੜੀ ਆ ਉਸ ਵਿਕਸਿਤ ਕੌਮ ਦੇ ਨਾਲ ਹੈ ਜਿਨ੍ਹਾਂ ਕੋਲ ਹਾਰ ਪੱਖ ਦੇ ਨਾਲ ਤਿਆਰੀ ਹੈ, ਤੇ ਉਹਨਾਂ ਦੇ ਨਾਲ ਲੜਨ ਵਾਸਤੇ ਸਾਨੂੰ ਤਲਵਾਰਾਂ ਦੀ ਨਹੀਂ, ਅੱਜ ਕਲਮ ਦੀ ਤੇ ਵਿਦਿਆ ਦੀ ਲੋੜ ਹੈ। ਉੱਥੋਂ ਫਿਰ ਸਿੰਘ ਸਭਾ ਲਹਿਰ ਜਿਹੜੀ ਸੀ ਉਹ ਹੋਂਦ ਦੇ ਵਿੱਚ ਆਈ। ਸਿੰਘ ਸਭਾ ਲਹਿਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ, ਪਰ ਇਕੱਲਾ ਗਿਆਨੀ ਗੁਰਮੁਖ ਸਿੰਘ, ਗਿਆਨੀ ਦਿਲ ਸਿੰਘ ਹੋਣਾ ਨੇ ਪ੍ਰਚਾਰ ਨਹੀਂ ਕੀਤਾ, ਸਗੋਂ ਉਹਨਾਂ ਨੇ ਪ੍ਰਚਾਰ ਕਰਨ ਵਾਲੇ ਆਪਣੇ ਵਿਦਿਆਰਥੀ ਪੈਦਾ ਕੀਤੇ ਜਿਹੜੇ ਗੁਰਮਤਿ ਦੇ ਵਿਚਾਰ ਨੂੰ ਅੱਗੇ ਲੈ ਕੇ ਜਾ ਸਕਣ, ਜਿਹੜੇ ਗੁਰਮਤਿ ਦੇ ਧਾਰਨੀ ਹੋਣ। ਇਸ ਤੋਂ ਬਾਅਦ ਵਿੱਚ ਚੀਫ ਖਾਲਸਾ ਦੀਵਾਨ ਹੋਂਦ ਦੇ ਵਿੱਚ ਆਇਆ। ਜਲਿਆਂਵਾਲੇ ਬਾਗ ਦੇ ਵਿੱਚ ਇੱਕ ਦਲਿਤ ਸਮਾਜ, ਇੱਕ ਨੀਵੀਂ ਜਾਤ ਵਾਲੇ, ਕਿਉਂਕਿ ਪੁਜਾਰੀ ਬਾਤ ਦਾ ਸਮਾਂ ਸੀ ਤੇ ਉਸ ਵੇਲੇ ਜਿਹੜੇ ਨੀਵੀਂ ਜਾਤ ਵਾਲੇ ਹੁੰਦੇ ਸੀ ਉਹਨਾਂ ਦੀ ਦੇਗ ਜਿਹੜੀ ਸੀ ਨਾ, ਕੜਾਹ ਪ੍ਰਸ਼ਾਦੀ ਦੇਗ, ਉਹ ਹਰਿਮੰਦਰ ਸਾਹਿਬ ਦੇ ਵਿੱਚ ਉਹ ਕਿਰਪਾਨ ਭੇਟ ਨਹੀਂ ਸੀ ਹੁੰਦੀ, ਉਹਨੂੰ ਭੋਗ ਨਹੀਂ ਸੀ ਲਾਇਆ ਜਾਂਦਾ। ਨੀਵੀਂ ਜਾਤ ਵਾਲਿਆਂ ਨੂੰ ਜਿਹੜੀ ਸੀ ਉਹਨਾਂ ਦੀ ਅਰਦਾਸ ਵੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਹੀਂ ਸੀ ਕੀਤੀ ਜਾਂਦੀ, ਪੁਜਾਰੀਆਂ ਦਾ ਕਬਜ਼ਾ ਹੋਣ ਕਰਕੇ। ਇਸ ਤਰ੍ਹਾਂ ਦੇ ਕਈ ਕੁਝ ਜਿਹੜੇ ਸੀ ਕਾਰਨਾਮੇ ਉਹਨਾਂ ਨੇ ਕੀਤੇ ਨੇ। ਉਸ ਵੇਲੇ ਸਾਡੇ ਪੰਥ ਦੇ ਸਰਮੌਰ ਆਗੂਆਂ ਨੇ ਜਲਿਆਂਵਾਲੇ ਬਾਗ ਦੇ ਵਿੱਚ ਇਕੱਠ ਕਰਕੇ ਜਿਹੜੇ ਦਲਿਤ ਸਮਾਜ ਵਾਲੇ ਸੀ, ਨੀਵੀਂ ਜਾਤ ਵਾਲੇ ਸੀ, ਉਹਨਾਂ ਭਾਈਚਾਰੇ ਨੂੰ ਇਕੱਠਾ ਕਰਕੇ ਅੰਮ੍ਰਿਤ ਸੰਚਾਰ ਕਰਾਇਆ। ਤੇ ਅੰਮ੍ਰਿਤ ਸੰਚਾਰ ਕਰਾਉਣ ਤੋਂ ਬਾਅਦ ਜਿਵੇਂ ਸਤਿਗੁਰੂ ਮਹਾਰਾਜ ਜੀ ਦਾ ਇਹ ਹੁਕਮ ਹੈ ਨਾ ਕਿ ਜਿਹੜਾ ਸਿੱਖ ਅੰਮ੍ਰਿਤ ਛਕਦਾ ਹੈ ਉਸ ਵੇਲੇ ਉਹਦੀ ਜਾਤ, ਗੋਤ, ਧਰਮ ਸਭ ਨਾਸ਼, ਅੱਜ ਤੋਂ ਬਾਅਦ ਕੇਵਲ ਤੂੰ ਸਿੱਖ ਹੈ। ਤੇ ਸਿੱਖ ਦਾ ਜਿਹੜਾ ਜੀਵਨ ਹੈ ਨਾ ਉਹ ਗੁਰੂ ਨੂੰ ਸਮਰਪਣ ਹੋਣਾ ਚਾਹੀਦਾ ਹੈ, ਕਿਉਂਕਿ ਆ ਸਰੀਰ, ਅਸੀਂ ਸਰੀਰ ਦੇ ਨਾਲ ਜਾਤਾਂ ਗੋਤਾਂ ਤੇ ਲਾ ਦਿੰਦੇ ਹਾਂ। ਇਹ ਜਾਤਾਂ ਗੋਤਾਂ ਸਰੀਰ ਦੇ ਨਾਲ ਇੱਥੇ ਹੀ ਖਤਮ ਹੋ ਜਾਂਦੀਆਂ, ਇਸ ਸੰਸਾਰ ਤੋਂ ਅੱਗੇ ਇਹ ਜਾਤਾਂ ਤੇ ਗੋਤਾਂ ਨਹੀਂ ਜਾ ਸਕਦੀਆਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਹੁਕਮ, ਸਿੱਖ ਚੱਲੇ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਹਰਿਮੰਦਰ ਸਾਹਿਬ ਗਏ। ਪੁਜਾਰੀਆਂ ਨੇ ਅਰਦਾਸ ਕਰਨ ਤੋਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਪ੍ਰਸ਼ਾਦ ਭੇਟ ਇੱਥੇ ਨਹੀਂ ਹੋਵੇਗਾ। ਵਿਦਵਾਨਾਂ ਨੇ, ਗੁਰਮੁਖਾਂ ਨੇ ਉੱਥੇ ਇਹ ਗੱਲ ਨਹੀਂ ਕਹਿਣ ਲੱਗੇ, ਅੱਜ ਤੁਹਾਡੀ ਗੱਲ ਨਹੀਂ ਅਸੀਂ ਮੰਨਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਨੂੰ ਮੰਨਣ ਨੂੰ ਤਿਆਰ ਹਾਂ। ਅੱਜ ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਇਹ ਗੱਲ ਆਖਦੇ ਨੇ ਕਿ ਇਹਨਾਂ ਨੀਵਿਆਂ ਦੀ ਜਾਤ ਦੇ ਜਿਹੜੇ ਨੀਵੇਂ ਨੇ ਇਹਨਾਂ ਦੀ ਦੇਗ ਹਰਿਮੰਦਰ ਸਾਹਿਬ ਪ੍ਰਵਾਨ ਨਹੀਂ, ਤੇ ਅਸੀਂ ਅੱਗੇ ਤੋਂ ਕਦੀ ਦੇਗ ਲੈ ਕੇ ਨਹੀਂ ਆਉਂਦੇ। ਪਰ ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਇਹ ਆਖਦੇ ਨੇ ਕਿ ਅਸੀਂ ਇਹਨਾਂ ਨੀਵਿਆਂ ਨੂੰ ਪ੍ਰਵਾਨ ਕਰ ਲਿਆ,
फिर असीं अपनी देह अरदास जिहड़ी है वो हरमंदिर साहिब जरूर करांगे। उस वेले साध संगत जी फिर अरदास करन तो बाद विच श्री गुरु ग्रंथ साहिब महाराज पातशाह जी का हुक्मनामा लिया गया। गुरु नानक देव महाराज जी के बचन ने, नीचा अंदर नीच जात, नीची हुमत नीच, नानक तिनके संग साथ, वड्डिया सिउ क्या रीच, जिथे नीत संभाले तिथे नदर तेरी बख्शीस। गुरु नानक देव महाराज पातशाह कहते जिन्होंने लोग नीवे निमाने निताने आखते ने, मैं हमेशा ही उन्होंने नाल आ। जो भी कोई रागी सिंह देखो कीर्तन करता है तो कीर्तन करदे सब तो पहलों कहेगा गुरु गरीब निवाज। गुरु साडा गरीबां नूं निवाजदा है। जिहड़ा गरीब बन के आउंदा है ना, गुरु उहदे ते बख्शिश जरूर करदा है। ते जिहड़ा धौन दे विच सरिया रख के आकड़ के सतगुरु महाराज जी दी हज़ूरी विच आउंदा है, वो केवल आकड़ तां रख सकदा है पर गुरु दे कोलों बख्शिश कदी प्राप्त नहीं कर सकता। उत्थे फिर गुरु रामदास महाराज जी के चरणों च अरदास करके जो हुक्मनामा लिया गया तो हुक्मनामा आया सी, निगुणियां नूं आपे बख्श लै भाई। सिखां ने सतगुरु महाराज जी के घर दे विच देग चढ़ाई प्रवान हुई ते हुक्मनामा कह रहा सी कि जिवें जिन्हां नूं लोक निगुणे आखदे आ, जिन्हां नूं लोक निमाने ते निताने आखदे आ, गुरु रामदास महाराज जिवें बोल के आखदे होण, क्योंकि गुरु ग्रंथ साहिब महाराज साडे जिउंदे गुरु ने, बोल के उपदेश सानूं दिंदे ने। सतगुरु जागदा है जियो। गुरु साहिब पातशाह जी ने कोल जो अरदास हुई ते अरदास तो बाद विच सिख जिहड़े ने वो अकाल तख्त साहिब दिते जाते आ। अकाल तख्त साहिब दे पुजारी जिहड़े सन वो पहलां ही अकाल तख्त नूं छड्ड के चले गए। सरदार तेजा सिंह गुजर होना ने तख्त की जिम्मेवारी संभालदे होया उस वेले फैसला किया सी, कहण लगे कल्ला दरबार साहिब ही नहीं, असीं वो हर गुरु धाम जिथे मन मर्जियां चलदियां ने उन्होंने आजाद करावांगे। उस वेले सिखां की एक नुमाइंदा जमात का गठन किया गया जिन्होंने असीं श्रोमणी गुरुद्वारा प्रबंधक कमेटी आखदे हां। 15 नवंबर 1920 ਨੂੰ श्रोमणी गुरुद्वारा प्रबंधक कमेटी ਜਿਹੜੀ ਸੀ ਉਹ ਬਣਾਈ ਜਾਰੀ। एक महीने बाद में अकाल तख्त साहिब के उत्ते फिर इकत्तरता की गई ते उस इकत्तरता दे विच ये गल आखी गई कि सिख नूं गुरु हरगोबिंद साहिब महाराज पातशाह ने सिद्धांत दिता है कि मीरी ते पीरी इकट्ठे चलने ने। और जिस स्थान से ये इकत्तरता की जा रही है, ये स्थान का नाम ही अकाल का तख्त है। इत्थे सतगुरु महाराज ने 2 तलवारां बनिया जिसके करके सतगुरु महाराज ने धर्म ते राजनीति को इकट्ठियां चलाना शुरू किया। उत्थे फिर कौम के महान योधे महान नुमाइंदे जिहड़े सन करतार सिंह, लक्ष्मण सिंह धारोवाल, करतार सिंह झब्बर, बहुत सारे ऐसे महान योधे जिहड़े सी जिन्हां ने अपने खून के नाल सिੱਖੀ को उस वेले के समय के सिंझिया संभालिया, गुरमत का प्रचार किया। उन्होंने संगत के सामने एक तजवीज रख दी कि अज तो बाद एक पासे श्रोमणी गुरुद्वारा प्रबंधक कमेटी जिहड़ी सिखां दी धार्मिक जमात आ, ये तां होंद विच आ चुकी आ, पर अज श्रोमणी गुरुद्वारा प्रबंधक कमेटी के नाल सिखां दी एक सियासी जमात भी खड़ी होनी चाहिए। उस वेले फिर सिखां दे फैसले दे करके सरदार सरमुख सिंह झबाल उन्हां दी अगवाई दे विच श्रोमणी अकाली दल दा जिहड़ा सी 14 दसंबर 1920 ਨੂੰ ਜਿਹੜਾ ਸੀ ਉਹ ਗਠਨ ਕੀਤਾ ਗਿਆ। ਅੱਜ श्रोमणी अकाली दल ਦੀ 100 ਸਾਲਾ ਸਥਾਪਨਾ है। इस ਸਥਾਪਨਾ ਦੇ ਬਾਅਦ ਵਿੱਚ ਜਿਹੜਾ ਸੀ ਸਿੱਖਾਂ ਨੇ ਫੈਸਲਾ ਕੀਤਾ ਕਿ ਹਰ ਵੇਲੇ श्री अकाल तख्त साहिब ਵਿੱਚ 100 ਸਿੰਘ ਮੌਜੂਦ ਰਿਹਾ ਕਰਨਗੇ। हर सिख ਨੂੰ ਇਹ ਆਦੇਸ਼ ਜਾਰੀ ਕਰ ਦਿੱਤਾ ਕਿ हर सिख अपने जीवन के विचों 12 महीनों के विचों 1 महीना गुरु के वास्ते पंथ के वास्ते समर्पण करे। सिखां ने उस वेले सब तो पहला जो मोर्चा लगता है जिन्हों असीं साका ननकाना साहिब कहते हैं वो होंद विच आया। साका ननकाना साहिब महंत नारायण दास तो
श्री ननकाना साहब गुरु नानक देव महाराज पातशाह जिथे प्रगट होए, जिस स्थान से सतगुरु महाराज जी ने प्रकाश लिया, उस स्थान को आजाद कराया। सरदार लक्ष्मण सिंह जी धारोवाल वर्गे होर अनेकां जिहड़े सिंह सन उन्होंने उत्थे शहादत प्राप्त की। अज सानू जंड जिहड़े ना वो तो जरूर याद रहे जिन्हां जंडां दे थल्ले मिर्जा वड्डिया गया होवे, पर अज असीं उन्हां जंडां नूं भुल गए जिन्हां जंडां दे नाल सिख बन के साड़े गए, शहीद कीते गए। वो जंड असीं अज भुल चुके हैं। अज सानू सोहनी दा घड़ा ते वो याद आ, वो सोहनी जदों चुनाव दीयां लहरां दे विच डुबदी सानू वो ते याद आ, पर अज सानू सरसां दीयां वो तेज वगदियां होईयां लहरां बार-बार याद कराउणियां पैंदियां ने कि किवें गुरु के लाल, किवें सतगुरु महाराज जी का परिवार विछड़िया, किवें सरसां दे आग ते पारले बन्ने लड़ाइयां होईयां, किवें 200 तो वध सिंह जिहड़ा सी उस सरसां नदी दे विच वो भेंट हो गया। एक हीर नूं तां असीं, एक सोहनी नूं तां असीं याद रख लिया, पर उन्हां नूं भुल गए जिन्हां ने साडे वास्ते कुर्बानियां कीतियां, जिन्हां करके असीं अज सिर दे उत्ते सोहणियां दस्तारां सजा के आखदे असीं सरदार हुंदे आ। सिखां दी वो नुमाइंदा जमात ने वो कुर्बानियां कीतियां। श्रोमणी अकाली दल ने पहलों सब तो पहले इस मोर्चे दे विच हिस्सा लिया। ननकाना साहब आजाद कराया गया। जदों ननकाना साहब आजाद हुंदा है ते उस तो बाद विच कहंदे ने महात्मा गांधी ने सरदार करतार सिंह झब्बर होणां नूं, बाबा खड़क सिंह होणां नूं एक चिट्ठी लिख के कहा सी तुसीं आजादी दी पहली लड़ाई जित चुके हो। हालांकि सिख का जिहड़ा खून है ना वो हमेशा ही आज़ादी के वास्ते तुरिया है। ते अज भी तुसीं देखदे हो कि लाखां लोग जेकर दिल्ली दी सड़कां ते बैठे आ, वो पुरातन इतिहास उन्हां दे सीने दे विच लहू बन के छाला मारदा है। इस करके दिल्ली दी सड़कां दे उपर अज भी दिन रात ठंड ते इन्हां महीनिਆਂ दे विच सिख जिहड़े ने, किसान जिहड़े ने, मजदूर जिहड़े ने वो उत्थे डट के खलोते आ कि असीं सरकार भावें कोई भी होवे, सरकार भावें मुगलों की होवे, सरकार भावें अंग्रेजों की होवे, ते भावें हिंदुस्तान दे इंदिरा गांधी वर्गी सरकार होवे, ते भावें अज मोदी वर्गी सरकार, जेकर सिख हक लैण वास्ते तुर पिया ते उन्होंने इस गल की परवाह नहीं कि सामने तख्त ते कौन बैठा है। सिख केवल अपने हक दे वास्ते लड़ना जानता है, क्योंकि उनके खून दे विच शहीदां दी गुड़ती आ। एक विद्वान ने बड़ा सोहना कहा सी, वो कहंदा कोई भी सिख का परिवार अज वेख लो ते उस सिख की बंसावली नूं किते लभ के देखियो, किसी ना किसी शहीद के परिवार दे विचों जाके जुड़ती पई आ। अज भावें चलो सानूं नहीं चेता, तीजी चौथी पीढ़ी ते असीं जाके भुल जांदे आ कि साडे परिवार दे दादा परदादा ते इस तो अगे असीं कहंदे पता नहीं कौन आ, पर साडियां जिहड़ियां जड़ां ने उन्हां शहीदां दे नाल जुड़दियां पईयां ने जिन्हां सिੱਖੀ दे वास्ते, जिन्हां गुरु दे वास्ते, शब्द दे वास्ते अपना खून डोलिया। सिखां ने ननकाना साहब के मोर्चे तो बाद विच जदों ननकाना साहब का गुरुद्वारा सिखां दे कोल आया, बाबे की बेर सियालकोट सिखां ने प्रबंध दे विच लिया। अंग्रेजां ने ਇਹ ਜਿਹੜਾ ਸੀ ਰੋਸ ਕੱਢਣ ਵਾਸਤੇ श्री हरमंदर साहब ਦੀਆਂ ਕੋਸ਼ੋਖਾਨਾ, जिथे हरमंदर साहब का सब तो ज़्यादा कीमती जिहड़ा समान अज भी तुसीं देखदे हो ना, जो जलौल सजाया जाता है, उस जलौल दे विच जो भी कीमती वस्तुआं अगे शिंगारियां जांदियां ने सारियां तोशोखाने विच हुंदियां ने। अंग्रेज़ां ने ये जिहड़ियां तोशोखाने दी चाबियां जबरदस्ती सिखां तो जिहड़े उस वेले दे प्रबंधक सिख होईयां, सिखां ने रोस वजों ये बयान दे दिता कि अंग्रेज सरकार दे नाल हर पक्ष दे विचों जिहड़ा असीं उन्हां दे नाल मिलवरतन छड्डदे हां, किसी तरीके दा अंग्रेज़ां दे नाल साडा मिलवरतन नहीं होवेगा। और ये बयान इन्ना क ज़्यादा प्रभावशाली होया ते उस वेले श्रोमणी अकाली दल की एक दूसरी जित हो गई, जो अंग्रेज़ों ने 1921 दे विच आकर के आप जिला मजिस्ट्रेट राही वो चाबियां जिहड़ियां सी गुरुद्वारा प्रबंध नूं सौंप दित्तियां। पर उन्होंने नाल ही इस किड़ नूं कड्ढण वास्ते उन्होंने जिहड़ा सी सिखां दे उपर तशद्दद करन दा पूरा मान बना लिया। गुरु के बाग का मोर्चा लग्या सिख लंगर के वास्ते, क्योंकि वो इलाका जिहड़ा सी बहुते दरख्त होने करके लंगर वास्ते लकड़ां उत्थों लिआंदियां जांदियां। सिख लकड़ां लैण वास्ते गए ते
ਇਹਨਾਂ 5 ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਰ ਦਰਾਡੇ ਜੇਲ੍ਹਾਂ 'ਚ ਭੇਜਣਾ ਸ਼ੁਰੂ ਕੀਤਾ। ਸ਼੍ਰੋਮਣੀ ਅਕਾਲੀ ਦਲ ਤੋਂ ਇਸ ਗੱਲ ਦਾ ਪਤਾ ਲੱਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਕਰਕੇ ਫਿਰ 5 ਸਿੰਘਾਂ ਦੇ ਜਥੇ ਭੇਜਣੇ ਸ਼ੁਰੂ ਕੀਤੇ। 5 ਸਿੰਘਾਂ ਦੇ ਜਿਹੜੇ ਜਥੇ ਸਨ ਉਹਨਾਂ ਨੇ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ, ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਔਰ ਦੁਨੀਆ ਭਰ ਦੇ ਵਿੱਚ ਇਹ ਅੰਗਰੇਜ਼ ਸਰਕਾਰ ਦੀ ਨਮੋਸ਼ੀ ਦਾ ਕਾਰਨ ਬਣਿਆ ਜਦੋਂ ਗੁਰੂ ਕੇ ਬਾਗ ਦੀਆਂ ਤਸਵੀਰਾਂ ਦੁਨੀਆ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਕਿ ਸ਼ਾਂਤਮਈ ਢੰਗ ਦੇ ਨਾਲ ਸਿੱਖ ਜਿਹੜੇ ਨੇ ਅਸੀਂ ਇੱਕ ਈਸਾ ਮਸੀਹ ਦੀ ਗੱਲ ਕਰਦੇ ਹਾਂ ਜਿਨੇ ਹਰੂੜ ਦਾ ਜਿਹੜਾ ਸੀ ਰਾਜਾ ਹੀਰੋਡ ਉਹਦਾ ਤਸ਼ੱਦਦ ਸਹਿ ਪਰ ਕਹਿੰਦੇ ਨੇ ਇੱਥੇ ਤਾਂ ਹਜ਼ਾਰਾਂ ਹੀ ਅਸੀਂ ਦੇਖਦੇ ਪਏ ਆ ਈਸਾ ਮਸੀਹ ਆ ਜਿਹੜੇ ਇੱਕ ਵਾਰ ਕਰਦੇ ਨੇ ਤੇ ਸਰਕਾਰ ਪੁਲਿਸ ਡੰਡਾ ਮਾਰਦੀ, ਬਾਂਹ ਟੁੱਟਦੀ ਆ ਤੇ ਅੱਗੋਂ ਜ਼ੋਰ ਨਹੀਂ ਕਰਦੇ, ਅੱਗੋਂ ਲੜਦੇ ਨਹੀਂ, ਸਗੋਂ ਦੂਸਰੀ ਬਾਂਹ ਅੱਗੇ ਕਰ ਦਿੰਦੇ ਆ। ਇੱਕ ਮਾਂ ਇਸੇ ਹੀ ਸਾਕੇ ਦੇ ਵਿੱਚ ਘਟਨਾ ਵਾਪਰੀ। ਇੱਕ ਮਾਂ ਛੋਟਾ ਜਿਹਾ ਬੱਚਾ 1.5 ਸਾਲ ਦਾ ਉਹ ਚੁੱਕ ਕੇ ਨਾਲ ਲੈ ਕੇ ਜਾਂਦੀ ਪਈ, ਪੁਲਿਸ ਦੀ ਗੋਲੀ ਵੱਜੀ, ਬੱਚੇ ਦੀ ਮੌਤ ਹੋਈ ਤੇ ਮਾਂ ਉਸ ਬੱਚੇ ਨੂੰ ਜ਼ਮੀਨ ਤੇ ਰੱਖ ਕੇ ਉਹਦੇ ਲਾਗੇ ਬੈਠ ਕੇ ਰੋਈ ਨਹੀਂ, ਸਗੋਂ ਕਹਿੰਦੀ ਨਹੀਂ ਮੇਰੇ ਨਾਲ ਦੇ ਮੇਰੇ ਭੈਣ ਭਰਾ ਅੱਗੇ ਜਥੇ ਜਵਾਤੇ ਪਿਆ ਤੇ ਮੈਂ ਵੀ ਅੱਗੇ ਜਾਣਾ। ਆਪਣੇ 1.5 ਸਾਲ ਦੇ ਪੁੱਤਰ ਨੂੰ ਉੱਥੇ ਵੱਜੀ ਹੋਈ ਗੋਲੀ ਕਰਕੇ ਜਿਹਦੀ ਸ਼ਹਾਦਤ ਹੁੰਦੀ ਆ ਉਹਨੂੰ ਜ਼ਮੀਨ ਤੇ ਰੱਖ ਕੇ ਅੱਗੇ ਤੁਰ ਪਈ ਤਾਂ ਕਿ ਮੈਂ ਵੀ ਦੂਜਿਆਂ ਦੇ ਨਾਲ ਸ਼ਹੀਦੀ ਪ੍ਰਾਪਤ ਕਰ ਸਕਾਂ। ਇਹ ਜਜ਼ਬਾ ਸੀ ਸਿੱਖਾਂ ਦੇ ਰੋਸ ਵਜੋਂ। ਕਾਲਾ ਰੰਗ ਜਿਹੜਾ ਸੀ ਉਹਨੂੰ ਭਿਉਂ ਕਰਕੇ ਉਹਦੇ ਵਿੱਚ ਚੁੰਨੀਆਂ ਤੇ ਪੱਗਾਂ ਰੰਗ ਕੇ ਜਿਹੜਾ ਸੀ ਉਹ ਸ਼ਹਾਦਤ ਦਾ ਰੰਗ ਪੈਦਾ ਕੀਤਾ। ਇਥੋਂ ਲਹਿਰ ਦੇ ਵਿੱਚ ਇਹ ਵੀ ਹੋ ਗਿਆ ਕਿ ਜਿਹੜੇ ਅਕਾਲ ਨੂੰ ਮੰਨਣ ਵਾਲੇ ਨੇ ਉਹ ਅਕਾਲੀ ਨੇ, ਨਿਹੰਗਾਂ ਸਿੱਖਾਂ ਦੀ ਫੌਜ ਉਹ ਵੀ ਅਕਾਲੀ ਆਪਣੇ ਆਪ ਨੂੰ ਆਖਦੇ ਅਸੀਂ ਅਕਾਲ ਦੀ ਫੌਜ ਆ ਤੇ ਅਕਾਲ ਦੀ ਫੌਜ ਅਕਾਲ ਨੂੰ ਮੰਨਣ ਵਾਲੇ ਅਕਾਲੀ। ਉਸ ਤੋਂ ਬਾਅਦ ਵਿੱਚ ਸਿੱਖਾਂ ਨੇ ਜਿਹੜਾ ਸੀ ਉਹ ਫੜਿਆ ਗਿਆ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਤੇ ਜਦੋਂ ਗੱਡੀ ਦੇ ਵਿੱਚ ਭਰ ਕੇ ਪੰਜਾ ਸਾਹਿਬ ਦੇ ਸਥਾਨ ਤੋਂ ਇਹ ਗੱਡੀ ਲੰਘਣੀ ਸੀ ਉਸ ਵੇਲੇ ਹੁਕਮ ਕਰ ਦਿੱਤਾ ਸੀ, ਕਹਿਣ ਲੱਗੇ ਕਿ ਗੱਡੀ ਜਿਹੜੀ ਹੈ ਸਟੇਸ਼ਨ ਮਾਸਟਰ ਨੂੰ ਕਹਿ ਦਿੱਤਾ ਕਿ ਇੱਥੇ ਗੱਡੀ ਨਹੀਂ ਰੋਕੀ ਜਾਏਗੀ। ਉੱਥੇ ਸਰਦਾਰ ਕਰਮ ਸਿੰਘ ਜਿਹੜੇ ਮੈਨੇਜਰ ਸਨ ਤੇ ਸਰਦਾਰ ਪ੍ਰਤਾਪ ਸਿੰਘ ਜਿਹੜੇ ਉੱਥੋਂ ਦੇ ਗ੍ਰੰਥੀ ਸਨ, ਰਾਗੀ ਸਨ, ਉਹਨਾਂ ਨੇ ਉਸ ਵੇਲੇ ਇਹ ਕਿਹਾ ਸੀ, ਕਹਿੰਦੇ ਗੱਡੀ ਇੱਥੇ ਰੋਕਣੀ ਜ਼ਰੂਰ ਆ ਭਾਵੇਂ ਇਹਦੇ ਵਾਸਤੇ ਸਾਨੂੰ ਆਪਣੀ ਜਾਨ ਕਿਉਂ ਨਾ ਕੁਰਬਾਨ ਕਰਨੀ ਪਵੇ। ਉੱਥੇ ਫਿਰ ਸਿੱਖਾਂ ਨੇ ਗੱਡੀ ਰੋਕੀ। ਸਰਦਾਰ ਕਰਮ ਸਿੰਘ ਸਾਹਿਬ, ਸਰਦਾਰ ਪ੍ਰਤਾਪ ਸਿੰਘ ਗੱਡੀ ਦੀ ਲਾਈਨ ਤੇ ਪਏ, ਉਹਨਾਂ ਨੂੰ ਪੁੱਛਦਿਆਂ ਹੋਇਆ ਗੱਡੀ ਜਦੋਂ ਰੁਕੀ ਤੇ ਸਿੱਖ ਜਿਹੜੇ ਨਾਲ ਲਾਈਨ ਦੇ ਉੱਪਰ ਲੇਟੇ ਹੋਏ ਸਨ ਕਿ ਅਸੀਂ ਅੱਜ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ, ਜਿਹੜੇ ਗੱਡੀ 'ਚ ਜਾਂਦੇ ਪਏ ਨੇ ਗ੍ਰਿਫਤਾਰ ਕੀਤੇ ਨੇ, ਉਹਨਾਂ ਨੇ ਜਦੋਂ ਭਾਈ ਪ੍ਰਤਾਪ ਸਿੰਘ ਤੇ ਕਰਮ ਸਿੰਘ ਨੂੰ ਲਾਈਨ ਦੇ ਵਿੱਚੋਂ ਖਿੱਚ ਕੇ ਬਾਹਰ ਕੱਢਣ ਲੱਗੇ ਤੇ ਉਹਨਾਂ ਨੇ ਪ੍ਰਤਾਪ ਸਿੰਘ ਤੇ ਸਰਦਾਰ ਕਰਮ ਸਿੰਘ ਨੂੰ ਉਹਨਾਂ ਨੇ ਕਿਹਾ ਸੀ, ਕਹਿੰਦੇ ਸਾਨੂੰ ਬਾਅਦ ਵਿੱਚ ਕੱਢ ਲਿਓ, ਪਹਿਲਾਂ ਜਿਸ ਕੰਮ ਵਾਸਤੇ ਗੱਡੀ ਰੁਕੀ ਆ ਉਹ ਕੰਮ ਕਰ ਲਓ, ਸਾਡਾ ਫਿਕਰ ਨਾ ਕਰੋ, ਸਾਡੀ ਕੋਈ ਗੱਲ ਨਹੀਂ। ਅੱਜ ਜਿਹੜੇ ਭਰਾ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਕਰਨੇ ਨੇ, ਜਾ ਕੇ ਗੱਡੀ ਦੇ ਵਿੱਚ ਕੈਦ ਕੀਤੇ ਹੋਏ ਨੇ, ਜਾ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰਸ਼ਾਦਾ ਛਕਾਓ। ਸਾਕਾ ਪੰਜਾ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਫਿਰ ਸ਼ਹਾਦਤ ਦਾ ਸਿੱਖਾਂ ਨੇ ਜਾਮ ਪੀਤਾ। ਸਨ 1935 ਦੇ ਵਿੱਚ ਫਿਰ ਪਹਿਲੀ ਵਾਰੀ ਜਦੋਂ ਚੋਣ ਹੋਈ, ਉਸ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 13 ਨੁਮਾਇੰਦੇ ਉਹ ਜਿਹੜੇ ਸੀ ਖੜੇ ਕੀਤੇ। ਉਹਨਾਂ 13 ਨੁਮਾਇੰਦਿਆਂ ਦੀ ਜਿੱਤ ਹੋਈ। ਅੰਗਰੇਜ਼ ਸਰਕਾਰ ਇਹ ਮਹਿਸੂਸ ਕਰ ਚੁੱਕੀ ਸੀ, ਕਹਿਣ ਲੱਗੇ ਹੈ ਤਾਂ ਇਹ ਇਹਨਾਂ ਦੀ ਸਿਆਸੀ ਜਮਾਤ ਗਿਣਤੀ ਦੇ ਵਿੱਚ 1.5% ਨੇ ਪਰ ਕੁਰਬਾਨੀਆਂ ਦੇ ਪੱਖ ਤੋਂ ਇਹ ਹਮੇਸ਼ਾ ਅੱਗੇ ਜਾਂਦੇ ਪਏ ਨੇ। ਇਹ ਕੁਰਬਾਨੀਆਂ ਕਰਕੇ ਹੀ ਸਿੱਖਾਂ ਨੇ ਜਦੋਂ ਪਹਿਲੀ ਦੂਸਰੀ ਵਰਲਡ ਵਾਰ ਦੇ ਵਿੱਚ ਯੋਗਦਾਨ ਪਾਇਆ, ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ 1947 ਦੇ ਵਿੱਚ ਜਦੋਂ ਵੰਡ ਹੋਈ, ਲੋਕ ਕਹਿੰਦੇ ਨੇ ਹਿੰਦੁਸਤਾਨ ਦੀ ਵੰਡ ਹੋਈ, ਅਸਲ ਦੇ ਵਿੱਚ ਇਹ ਹਿੰਦੁਸਤਾਨ ਦੀ ਵੰਡ ਨਹੀਂ ਸੀ, ਇਹ ਤਾਂ ਕੇਵਲ ਸਿੱਖਾਂ ਤੇ ਮੁਸਲਮਾਨਾਂ ਦੀ ਵੰਡ ਸੀ। ਸਿੱਖਾਂ ਦਾ ਪੰਜਾਬ ਵੰਡਿਆ ਗਿਆ, ਮੁਸਲਮਾਨਾਂ ਦਾ ਬੰਗਲਾਦੇਸ਼ ਤੇ ਪਾਕਿਸਤਾਨ ਵੰਡਿਆ ਗਿਆ। 1 ਲੱਖ ਦੇ ਕਰੀਬ ਜਿਹੜਾ ਸੀ, 1 ਲੱਖ ਦੇ ਕਰੀਬ ਉੱਥੇ ਜਿਹੜੀਆਂ ਸੀ ਉਹ ਘਰ ਜਿਹੜੇ ਸਨ ਉੱਜੜ ਚੁੱਕੇ ਸਨ। 10 ਲੱਖ ਤੋਂ ਜ਼ਿਆਦਾ ਜਿਹੜੇ ਸੀ, 10 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਹੋਈਆਂ ਤੇ 1 ਕਰੋੜ ਤੋਂ ਵੱਧ ਜਿਹੜੇ ਘਰ ਉਜਾੜੇ ਗਏ ਉੱਥੇ। ਸਿੱਖਾਂ ਨੇ ਉਹ ਸਾਲ ਨੂੰ ਵੀ ਸਹਾਰਿਆ। ਦੇਸ਼ ਆਜ਼ਾਦ ਹੋਇਆ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸੂਬਿਆਂ ਦੀ ਜਦੋਂ ਵੰਡ ਕਰਨੀ ਪਈ ਨਾ, ਤੇ ਜੇ ਅਸੀਂ ਗਿਣਤੀ ਦੇ ਆਧਾਰ ਤੇ ਮੰਗਦੇ ਸਾਂ ਕਿ ਸਾਨੂੰ ਪੰਜਾਬ ਦੇ ਦਿਓ ਤੇ ਸਾਡੀ ਗਿਣਤੀ ਹਿੰਦੁਸਤਾਨ ਦੇ ਵਿੱਚ ਕੇਵਲ 1.5% ਸੀ।
ਤੇ ਇਹਦੇ ਹਿਸਾਬ ਨਾਲ ਕੇਵਲ ਸਾਨੂੰ 1.5 ਤਹਿਸੀਲ ਮਿਲਣੀ ਸੀ, ਪਰ ਸਾਡੇ ਆਗੂਆਂ ਨੇ, ਉਸ ਵੇਲੇ ਦੇ ਆਗੂਆਂ ਨੇ ਫਿਰ ਮੋਰਚਾ ਲਾਇਆ ਕਿ ਨਹੀਂ, ਅਸੀਂ ਜੇਕਰ ਦੇਸ਼ ਦੀ ਆਜ਼ਾਦੀ ਦੇ ਵਿੱਚ ਮੋਰਚੇ ਲਾ ਸਕਦੇ ਹਾਂ, ਜੇਕਰ ਦੇਸ਼ ਦੇ ਵਿੱਚ ਕੁਰਬਾਨੀਆਂ ਕਰਕੇ 92% ਕੁਰਬਾਨੀਆਂ ਦੇਸ਼ ਦੇ ਵਿੱਚ ਅਸੀਂ ਕਰ ਸਕਦੇ ਹਾਂ, ਸ਼ਹੀਦੀਆਂ ਦੇ ਸਕਦੇ ਹਾਂ, ਫਾਂਸੀਆਂ ਦੇ ਉੱਤੇ ਚੜ ਸਕਦੇ ਹਾਂ, ਤੇ ਅਸੀਂ ਆਪਣੇ ਸੂਬੇ ਦੇ ਵਾਸਤੇ ਵੀ ਲੜ ਸਕਦੇ। ਫਿਰ ਪੰਜਾਬੀ ਬੋਲੀ ਦੇ ਆਧਾਰ ਤੇ 1 ਨਵੰਬਰ 1666 ਨੂੰ ਜਿਹੜਾ ਸੀ ਉਹ ਪੰਜਾਬੀ ਸੂਬਾ ਜਿਹੜਾ ਸਾਨੂੰ ਅੱਜ ਦਾ ਪੰਜਾਬ ਹੈ ਉਹ ਸਾਨੂੰ ਮਿਲਿਆ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਜਿਹੜੀ ਜਮਾਤ ਹੈ ਇਹ ਯੋਧਿਆਂ ਦੀ ਜਮਾਤ ਹੈ, ਇਹਨੇ ਖੂਨ ਨਾਲ ਸਿੱਝ ਕੇ ਆਪਣੇ ਇਤਿਹਾਸ ਨੂੰ ਜਿਹੜਾ ਬਣਾਇਆ, ਤੇ ਸਿੱਖ ਹਮੇਸ਼ਾ ਹੀ ਇਸ ਗੱਲ ਲਈ ਤਤਪਰ ਰਿਹਾ ਕਿ ਭਾਵੇਂ ਸਮਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਹੋਵੇ, ਸਿੱਖ ਦਾ ਕੇਵਲ ਸਹਾਰਾ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਅੱਜ ਵੀ ਜਦੋਂ ਲੋਕ ਕਹਿੰਦੇ ਸੀ ਨਾ ਕਿ ਪੰਜਾਬ ਦੀ ਧਰਤੀ ਜਿਹੜੀ ਕੇਵਲ ਨਸ਼ਿਆਂ ਦੇ ਵਿੱਚ ਗਰਕ ਹੋ ਚੁੱਕੀ ਆ, ਪੰਜਾਬ 'ਚ ਕੇਵਲ ਨਸ਼ੇ ਹਨ, ਕੇਵਲ ਪੰਜਾਬ ਨੂੰ ਨਸ਼ਿਆਂ ਦੀ ਧਰਤੀ ਕਿਹਾ ਜਾਂਦਾ ਸੀ, ਤੇ ਸਰਕਾਰ ਤੇ ਦੁਨੀਆ ਭਰ ਦਾ ਮੀਡੀਆ ਵੇਖ ਕੇ ਇਸ ਗੱਲੋਂ ਹੈਰਾਨ ਆ ਕਿ ਜਿੰਨੀਆਂ ਵੀ ਉੱਥੇ ਸਪੀਚ ਹੁੰਦੀਆਂ ਨਾ, ਇੱਕ ਕਿਸਾਨੀ ਮੋਰਚੇ ਦੇ ਵਿੱਚ ਜਿੰਨੀ ਵੀ ਗੱਲ ਹੁੰਦੀ ਆ, ਤੇ ਸਭ ਤੋਂ ਪਹਿਲਾਂ ਗੱਲ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਵੱਲੋਂ ਪਾਏ ਪੁਰਨੇ, ਜਿੰਦੇ ਉੱਤੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਜਿੰਦੇ ਕਰਕੇ ਸਿੱਖਾਂ ਨੇ ਸ਼ਹਾਦਤ ਦੇ ਜਾਮ ਪੀਤੇ, ਉਸ ਇਤਿਹਾਸ ਨੂੰ ਦੁਹਰਾਇਆ ਜਾਂਦਾ ਹੈ, ਉਸ ਇਤਿਹਾਸ ਦੀ ਨੀਂਹ ਰੱਖੀ ਜਾਂਦੀ ਆ। ਲੋਕਾਂ ਨੂੰ ਇਹ ਗੱਲ ਅੱਜ ਦੁਨੀਆ ਦੇ ਵਿੱਚ ਦੱਸਣ ਦੀ ਸਾਨੂੰ ਲੋੜ ਨਹੀਂ ਪਈ, ਕਿਉਂਕਿ ਸਿੱਖ ਨਹੀਂ ਬੋਲ ਰਿਹਾ, ਸਿੱਖ ਦਾ ਇਤਿਹਾਸ ਬੋਲਦਾ ਪਿਆ ਹੈ, ਸਿੱਖ ਦਾ ਜੀਵਨ, ਸਿੱਖ ਦਾ ਕਿਰਦਾਰ ਬੋਲਦਾ ਪਿਆ ਹੈ। ਭਾਈ ਗੁਰਦਾਸ ਸਾਹਿਬ ਜੀ ਇੱਕ ਸਮੇਂ ਕਿਸੇ ਪਿੰਡ ਦੇ ਵਿੱਚੋਂ ਲੰਘਦੇ ਪਏ ਸੀ, ਤੇ ਪਿੰਡ ਵਾਲੇ ਜਦੋਂ ਭਾਈ ਗੁਰਦਾਸ ਸਾਹਿਬ ਜੀ ਜਦੋਂ ਲੰਘ ਗਏ ਤੇ ਆਵਾਜ਼ ਦੇ ਕੇ ਕਿਹਾ ਸੀ, ਭਾਈ ਗੁਰਦਾਸ ਸਾਹਿਬ ਜੀ ਤੁਸੀਂ ਸਾਡੇ ਪਿੰਡ ਦੇ ਵਿੱਚ ਨਹੀਂ ਰੁਕੇ, ਤੁਸੀਂ ਸਾਡੇ ਪਿੰਡ ਦੇ ਵਿੱਚ ਕਥਾ ਨਹੀਂ ਕੀਤੀ, ਸਾਡੇ ਪਿੰਡ ਦੇ ਵਿੱਚ ਤੁਸੀਂ ਕੋਈ ਸੁਝਾਅ ਦੇ ਕੇ ਨਹੀਂ ਗਏ, ਕੀ ਗੱਲ ਸਾਡੇ ਨਾਲ ਕੋਈ ਨਾਰਾਜ਼ਗੀ ਆ? ਭਾਈ ਗੁਰਦਾਸ ਸਾਹਿਬ ਜੀ ਨੇ ਉਸ ਵੇਲੇ ਕਿਹਾ ਸੀ, ਕਹਿਣ ਲੱਗੇ ਨਹੀਂ, ਮੈਂ ਤਾਂ ਕੇਵਲ ਇਹ ਦੇਖਿਆ ਸੀ ਕਿ ਜਿਹੜਾ ਇਲਾਕਾ ਸਿੱਖ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਨਹੀਂ ਨਾ ਹੋ ਸਕਦਾ, ਉਹ ਬੋਲਿਆ ਵੀ ਪ੍ਰਭਾਵਿਤ ਨਹੀਂ ਹੋ ਸਕਦਾ। ਜੇ ਤੁਹਾਡੇ ਉੱਪਰ ਮੇਰੇ ਗੁਜ਼ਰਨ ਕਰਕੇ ਪ੍ਰਭਾਵ ਨਹੀਂ ਪਿਆ ਤੇ ਕਹਿਣ ਲੱਗੇ ਸੱਚ ਕਰਕੇ ਜਾਣੋ, ਜੇਕਰ ਇੱਥੇ ਮੈਂ 2-4 ਘੰਟੇ ਰੁਕ ਜਾਂਦਾ, 2-4 ਘੰਟੇ ਹੋਰ ਵੀ ਜਾਂਦਾ, ਤੇ ਕਹਿੰਦੇ ਤੁਹਾਡੇ ਮਨਾਂ ਦੇ ਵਿੱਚ ਕੋਈ ਬਦਲਾਵ ਨਹੀਂ ਸੀ ਆਉਣਾ। ਸਿੱਖ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਹੈ, ਸਿੱਖ ਆਪਣੇ ਆਪ ਦੇ ਵਿੱਚ ਇੱਕ ਪ੍ਰਚਾਰ ਹੈ, ਸਿੱਖ ਦਾ ਜੀਵਨ ਹੀ ਪ੍ਰਚਾਰ ਕਰਕੇ। ਅੱਜ ਜੋ ਘਟਨਾ ਵਾਪਰੀ ਨਾ, ਜਦੋਂ 1971 ਦੇ ਵਿੱਚ ਪਾਕਿਸਤਾਨ ਦੀ ਵੰਡ ਹੋਈ, ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਵਿੱਚ ਜਦੋਂ ਬੰਗਲਾਦੇਸ਼ ਦੇ ਵਿੱਚ ਸਿੱਖ ਫੌਜੀ ਜਿਹੜੇ ਸਨ ਤੈਨਾਤ ਸਨ, ਤੇ ਕਹਿੰਦੇ ਇੱਕ ਅੰਗਰੇਜ਼ੀ ਅਖਬਾਰ ਦਾ ਜਿਹੜਾ ਪੱਤਰਕਾਰ ਜਿਹੜਾ ਉੱਥੇ ਫੋਟੋਆਂ ਖਿੱਚਦਾ ਸੀ ਮਾਹੌਲ ਦੀਆਂ, ਕਹਿੰਦੇ ਨੇ ਉਸ ਵੇਲੇ ਉਹ ਫੋਟੋਆਂ ਖਿੱਚਦੇ ਹੋਏ ਨੇ ਦੇਖਿਆ ਇੱਕ ਗੱਡੀ ਦੇ ਵਿੱਚ ਇੱਕ ਗੱਡੀ ਸਿੱਖ ਫੌਜੀ ਦੇ ਲਾਗੇ ਆ ਕੇ ਰੁਕਦੀ ਆ। ਉਹ ਗੱਡੀ ਜਦੋਂ ਸਿੱਖ ਫੌਜੀ ਦੇ ਲਾਗੇ ਆ ਕੇ ਰੁਕੀ, ਉਹਦੇ ਵਿੱਚ ਇੱਕ ਇਸਤਰੀ ਜਿਹੜੀ ਸੀ ਉਹ ਬਾਹਰ ਆਈ। ਉਸ ਇਸਤਰੀ ਨੇ ਬਾਹਰ ਆ ਕਰਕੇ ਤੇ ਆਉਂਦਿਆਂ ਸਾਰੇ ਇੱਕ ਹੱਥ ਦੇ ਵਿੱਚ ਹਾਰ ਫੜਿਆ ਸੀ, ਤੇ ਸਿੱਖ ਸਿਪਾਹੀ ਸਾਹਮਣੇ ਖਲੋਤਾ ਤੇ ਆਉਂਦਿਆਂ ਉਹਦੇ ਗਲ ਦੇ ਵਿੱਚ ਪਾ ਦਿੱਤਾ। ਉਸ ਪੱਤਰਕਾਰ ਨੇ ਰੋਕ ਕੇ ਪੁੱਛਿਆ, ਕਹਿਣ ਲੱਗੇ ਇਹ ਤਾਂ ਤੁਹਾਡੇ ਮੁਲਕ ਨੂੰ ਪਾੜਨ ਵਾਸਤੇ, ਇਹ ਤਾਂ ਤੁਹਾਡੇ ਮੁਲਕ ਤੇ ਹਮਲਾ ਕਰਨ ਵਾਲੇ ਫੌਜੀ ਸੀ, ਇਹਨਾਂ ਦੇ ਗਲ ਦੇ ਵਿੱਚ ਹਾਰ ਤੁਸੀਂ ਕਿਉਂ ਪਾਇਆ? ਤੇ ਉਹ ਮੁਸਲਮਾਨ ਬੀਬੀ ਨੇ ਇਹ ਗੱਲ ਆਖੀ ਸੀ, ਕਹਿਣ ਲੱਗੀ ਹਾਂ ਇਹ ਗੱਲ ਠੀਕ ਹੈ ਕਿ ਇਹ ਫੌਜੀ ਨੇ ਤੇ ਇਹ ਲੜਾਈ ਲੜਨ ਵਾਸਤੇ ਇੱਥੇ ਆਏ, ਪਰ ਸੱਚ ਕਰਕੇ ਜਾਣੋ ਜਿਹੜੇ ਸਾਡੇ ਹਮ ਵਤਨ ਸਨ, ਜਿਹੜੇ ਸਾਡੇ ਆਪਣੇ ਜਿਨ੍ਹਾਂ ਨੂੰ ਕਹਿੰਦੇ ਸਾਂ ਹਮ ਵਤਨ ਸੀ, ਹਮ ਮਜ਼ਹਬ ਸੀ, ਸਾਡੇ ਹੀ ਮਜ਼ਹਬ ਵਾਲੇ ਸੀ, ਸਾਡੇ ਹੀ ਜਾਤ ਵਾਲੇ ਸੀ, ਸਾਡੇ ਹੀ ਧਰਮ ਵਾਲੇ ਸੀ, ਉਹਨਾਂ ਨੇ ਤਾਂ ਸਾਡੀਆਂ ਸਗੋਂ ਪੱਤਾਂ ਲੁੱਟੀਆਂ, ਉਹਨਾਂ ਨੇ ਤੇ ਸਗੋਂ ਸਾਡੀਆਂ ਇੱਜ਼ਤਾਂ ਜਿਹੜੀਆਂ ਸੀ ਉਹ ਲੀਰੋ-ਲੀਰ ਕੀਤੀਆਂ। ਪਰ ਕਹਿੰਦੇ ਨੇ ਧੰਨ ਨੇ ਇਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਸਾਡੀਆਂ ਪੱਤਾਂ ਨੂੰ ਟੱਕਿਆ, ਸਾਡੀ ਇੱਜ਼ਤਾਂ ਬਚਾਈਆਂ। ਸੰਤ ਬਾਬਾ ਫਤਿਹ ਸਿੰਘ ਜੀ ਮਸਤੂ ਆਣੇ ਵਾਲੇ, ਉਹ ਇੱਕ ਸਮੇਂ ਫੌਜ ਦੇ ਵਿੱਚ ਰਹੇ ਨੇ। ਕਹਿੰਦੇ ਨੇ 47 ਤੋਂ ਪਹਿਲਾਂ ਕਹਿੰਦੇ ਉਹ ਗਏ ਤੇ ਜਦੋਂ ਦੂਸਰੇ ਦੇਸ਼ ਤੇ ਜਾ ਕੇ ਕਬਜ਼ਾ ਕੀਤਾ ਨਾ ਫੌਜ ਨੇ, ਤੇ ਕਹਿੰਦੇ ਨੇ ਉੱਥੇ ਜਿੰਨੇ ਵੀ ਸਾਡੇ ਨਾਲ ਦੇ ਫੌਜੀ ਸਨ, ਜਿਹੜੇ ਮੋਢਿਆਂ ਦੇ ਉੱਤੇ ਟੰਗੇ ਹੋਏ ਬੈਗ ਸੀ ਨਾ, ਉਹਨਾਂ ਦੇ ਵਿੱਚ ਜਾ ਕੇ ਜੋ ਘਰਾਂ ਤੋਂ ਮਿਲਿਆ ਉਹਨਾਂ ਨੇ ਘਰਾਂ ਨੂੰ ਉੱਠਿਆ ਤੇ ਆਪਣੇ ਬੈਗ, ਪਿੱਠੂ ਬੈਗ ਜਿਹੜੇ ਸੀ ਉਹ ਭਰਨੇ ਸ਼ੁਰੂ ਕੀਤੇ।
ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਨੇ ਮੈਂ ਵੀ ਆਪਣਾ ਬੈਗ ਲੈ ਕੇ ਹੱਥ ਵਿੱਚ ਰਫਲ ਫੜੀ ਆ ਤੇ ਮੈਂ ਵੀ ਦੇਖਦਾ ਪਿਆ ਸੀ ਕਿ ਕੋਈ ਚੰਗਾ ਜਿਹਾ ਘਰ ਮਿਲੇ ਤੇ ਮੈਂ ਵੀ ਕੁਝ ਇੱਥੋਂ ਲੈ ਕੇ ਜਾ ਸਕਾਂ। ਪਰ ਕਹਿੰਦੇ ਨੇ ਇੰਨੇ ਨੂੰ ਆਵਾਜ਼ ਆਈ, ਉਹ ਸਿੱਖਾ। ਕਹਿੰਦੇ ਮੈਂ ਰੁਕਿਆ ਨਹੀਂ, ਮੈਂ ਕਿਹਾ ਪਤਾ ਨਹੀਂ ਕਿਹਨੂੰ ਆਵਾਜ਼ ਦਿੱਤੀ ਹੋਣੀ ਆ। ਕਹਿ ਲੱਗੇ ਉਹ ਗੁਰੂ ਨਾਨਕ ਦੇ ਸਿੱਖਾ, ਤੈਨੂੰ ਵਾਸਤਾ ਹੈ ਗੁਰੂ ਨਾਨਕ ਦਾ, ਸਾਡੀ ਬਾਂਹ ਜ਼ਰੂਰ ਫੜੀ। ਕਹਿੰਦੇ ਜਦੋਂ ਮੈਂ ਆਵਾਜ਼ ਦੂਸਰੀ ਵਾਰੀ ਕੰਨਾਂ ਦੇ ਵਿੱਚ ਪਈ, ਮੈਂ ਆਵਾਜ਼ ਨੂੰ ਸੁਣਿਆ, ਮੈਂ ਪਿੱਛੇ ਪਲਟ ਕੇ ਦੇਖਿਆ ਤੇ ਕਹਿੰਦੇ ਨੇ ਇੱਕ ਮੁਸਲਮਾਨ ਪਰਿਵਾਰ ਜਿੰਦੀਆਂ ਔਰਤਾਂ ਬੁਰਕੇ ਦੇ ਵਿੱਚ ਸੀ, ਕੇਵਲ ਅੱਖਾਂ ਨੰਗੀਆਂ ਤੇ ਉਹ ਤਰਲੇ ਦੇ ਨਾਲ ਕਹਿ ਰਹੀਆਂ ਸੀ। ਕਹਿ ਲੱਗੇ ਤੂੰ ਗੁਰੂ ਨਾਨਕ ਦਾ ਸਿੱਖ ਆ, ਤੇ ਜਿਹੜਾ ਗੁਰੂ ਨਾਨਕ ਦੇਵ ਦਾ ਸਿੱਖ ਹੁੰਦਾ ਹੈ ਉਹਦੀ ਸ਼ਰਨ ਵਿੱਚ ਕੋਈ ਦੁਸ਼ਮਣ ਵੀ ਆ ਜਾਏ ਤੇ ਉਹਦੀ ਵੀ ਰਾਖੀ ਉਹ ਕਰਦਾ ਹੈ। ਉਹਨੇ ਜਾ ਕੇ ਪੁੱਛਿਆ ਗੱਲ ਕੀ? ਕਹਿੰਦੇ ਸਾਡੇ ਪਰਿਵਾਰ ਦੇ ਵਿੱਚ ਆਦਮੀ ਕੋਈ ਨਹੀਂ, ਹੁਣ ਦੇਖਦੇ ਪਏ ਆ ਕਿ ਇੱਥੇ ਲੁੱਟ ਖਸੁੱਟ ਸ਼ੁਰੂ ਹੋ ਚੁੱਕੀ ਹੈ। ਇੱਥੇ ਲੋਕ ਪੱਤਾਂ ਲੁੱਟਦੇ ਪਏ ਨੇ, ਘਰਾਂ ਦੀ ਅਜ਼ਮਤ ਨੂੰ ਲੁੱਟਦੇ ਪਏ ਨੇ, ਘਰ ਦਾ ਧਨ ਮਾਲ ਲੁੱਟਦੇ ਪਏ ਨੇ, ਕਿਰਪਾ ਕਰਕੇ ਤੂੰ ਸਾਡੀ ਰਾਖੀ ਕਰਨਾ ਕਰ। ਸਿੱਖ ਨੇ ਉੱਥੇ ਬਾਬਾ ਅਤਰ ਸਿੰਘ ਉਹਨਾਂ ਨੇ ਦਰਵਾਜ਼ਾ ਕੀਤਾ ਬਾਹਰੋਂ ਬੰਦ, ਆਪ ਬੂਹੇ ਦੇ ਅੱਗੇ ਬਾਹਰ ਖਲੋਗੇ ਤੇ ਜਦੋਂ ਕੋਈ ਫੌਜੀ ਲੱਗਣ ਦੀ ਲੰਘਣ ਲੱਗਦਾ, ਅੰਦਰ ਜਾਣ ਲੱਗਦਾ, ਉਹਨੇ ਕਿਹਾ ਕਿ ਅੰਦਰ ਨਾ ਜਾਵੀਂ। ਕਹਿੰਦੇ ਕਿਉਂ? ਕਹਿੰਦੇ ਨੇ ਵੱਡੇ ਸਾਹਿਬਾਂ ਦਾ ਹੁਕਮ ਆ, ਉਹ ਕਹਿੰਦੇ ਇਸ ਘਰ ਦੇ ਵਿੱਚ ਕਿਸੇ ਨੂੰ ਜਾਣ ਨਹੀਂ ਦੇਣਾ। ਕਿਸੇ ਨੇ ਨਹੀਂ ਪੁੱਛਿਆ ਕਿ ਕਿਹੜੇ ਵੱਡੇ ਸਾਹਿਬ। ਤੇ ਜਦੋਂ ਵੱਡੇ ਸਾਹਿਬ ਦੀ ਗੱਲ ਬਾਬਾ ਅਤਰ ਸਿੰਘ ਨੂੰ ਪੁੱਛੀ, ਉਹ ਕਹਿੰਦੇ ਵੱਡਾ ਸਾਹਿਬ ਤਾਂ ਮੇਰਾ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਆ, ਮੈਨੂੰ ਤਾਂ ਗੁਰੂ ਦਾ ਹੁਕਮ ਆ, ਗੁਰੂ ਦਾ ਵਾਸਤਾ, ਇਸ ਕਰਕੇ ਮੈਂ ਕਿਸੇ ਨੂੰ ਘਰ ਦੇ ਅੰਦਰ ਨਹੀਂ ਜਾਣ ਦੇਣਾ। ਉਸ ਵੇਲੇ ਫਿਰ ਕਹਿੰਦੇ ਜਦੋਂ ਠੰਡ ਢੋਲਾ ਹੋਇਆ, ਉਹ ਬੀਬੀਆਂ ਨੇ ਬੂਹਾ ਖੋਲ ਕੇ ਬਾਬਾ ਅਤਰ ਸਿੰਘ ਉਹਨਾਂ ਨੂੰ ਅੰਦਰ ਬੁਲਾਇਆ, ਬੁਰਕੇ ਵੀ ਲਾ ਕੇ ਪਾਸੇ ਰੱਖ ਕੇ ਇੱਕ ਥਾਲ ਦੇ ਵਿੱਚ ਬੜੇ ਕੀਮਤੀ ਹੀਰੇ ਲਿਆ ਕੇ ਅੱਗੇ ਲਿਆ ਕੇ ਰੱਖ ਕੇ ਕਹਿੰਦੇ ਨੇ ਤੁਹਾਡਾ ਧੰਨਵਾਦ ਸਰਦਾਰ ਜੀ, ਤੁਸੀਂ ਸਾਡੀ ਰਾਖੀ ਕੀਤੀ, ਸਾਡੀ ਜਾਨ ਮਾਲ ਦੀ ਰਾਖੀ ਕਰ ਦਿੱਤੀ ਆ ਕੇਵਲ ਤੁਹਾਡਾ ਅਸੀਂ ਸ਼ੁਕਰਾਨਾ ਕਰਦੇ ਪਏ ਆ। ਬਾਬਾ ਅਤਰ ਸਿੰਘ ਨੇ ਕਿਹਾ ਕਿ ਫਿਰ ਕਹਿੰਦੇ ਜੇਕਰ ਸ਼ੁਕਰਾਨਾ ਹੈ ਨਾ, ਤੁਸੀਂ ਗੁਰੂ ਦਾ ਵਾਸਤਾ ਮੈਨੂੰ ਪਾਇਆ ਸੀ ਤੇ ਗੁਰੂ ਦਾ ਵਾਸਤਾ ਵੇਚਿਆ ਨਹੀਂ ਜਾ ਸਕਦਾ, ਇਸ ਕਰਕੇ ਮੈਂ ਤੁਹਾਡੇ ਕੋਲੋਂ ਇਹ ਵੀ ਮਾਇਆ ਨਹੀਂ ਲੈ ਕੇ ਜਾ ਸਕਦਾ। ਘਰੇ ਜਦੋਂ ਪਰਤ ਕੇ ਬਾਬਾ ਅਤਰ ਸਿੰਘ ਜੀ ਗਏ ਤੇ ਉਸ ਵੇਲੇ ਮਾਂ ਨੇ ਫਿਰ ਜਾਂਦੇ ਝੋਲਾ ਫੜਿਆ, ਕਹਿਣ ਲੱਗੀ ਪੁੱਤ ਬਾਕੀ ਬੜਾ ਕੁਝ ਲੁੱਟ ਕੇ ਲਿਆਏ, ਅੱਜ ਤੂੰ ਕੀ ਲੈ ਕੇ ਆਇਆ, ਦਿਖਾ ਮੈਨੂੰ ਝੋਲਾ। ਤੇ ਜਦੋਂ ਝੋਲੇ ਨੂੰ ਖੋਲਿਆ, ਕੇਵਲ ਉਹਦੇ ਵਿੱਚੋਂ ਇੱਕ ਦੂਸਰੀ ਵਰਦੀ ਨਿਕਲੀ, ਇੱਕ ਸਰੀਰ ਤੇ ਪੈਣੀ ਤੇ ਇੱਕ ਝੋਲੇ ਦੇ ਵਿੱਚ ਸੀ। ਕਹਿਣ ਲੱਗੀ ਪੁੱਤ ਤੂੰ ਕੁਝ ਨਹੀਂ ਲੈ ਕੇ ਆਇਆ। ਬਾਬਾ ਅਤਰ ਸਿੰਘ ਉਹਨਾਂ ਨੇ ਕਿਹਾ ਸੀ, ਕਹਿੰਦੇ ਮਾਂ ਮੈਂ ਦੋ ਚੀਜ਼ਾਂ ਲੈ ਕੇ ਆਇਆ। ਕਹਿੰਦੀ ਦਿਖਾ ਕਿੱਥੇ ਆ? ਕਹਿਣ ਲੱਗਾ ਮਾਂ ਇੱਕ ਤੇ ਮੈਂ ਦੁੱਧ ਨੂੰ ਦਾਗ ਨਹੀਂ ਲੱਗਣ ਦਿੱਤਾ, ਇੱਕ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਸਾਬਤ ਲੈ ਕੇ ਆ ਗਿਆ, ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ। ਸੋ ਸਿੱਖ ਦਾ ਜੀਵਨ ਜਿਹੜਾ ਹੈ ਨਾ ਉਹ ਇਵੇਂ ਦਾ ਹੈ। ਸਿੱਖ ਜਿੱਧਰੋਂ ਵੀ ਲੰਘ ਜਾਏ ਨਾ ਉਸ ਪਾਸੇ ਪ੍ਰਚਾਰ ਹੋ ਜਾਣਾ ਚਾਹੀਦਾ ਹੈ। ਅੱਜ ਕੇਵਲ ਮਤ ਸੋਚੋ ਕਿ ਗੁਰੂ ਘਰਾਂ ਦੇ ਵਿੱਚ ਸਟੇਜਾਂ ਤੇ ਪ੍ਰਚਾਰ ਹੋਣਾ ਚਾਹੀਦਾ, ਜਾਂ ਕੇਵਲ ਸਾਡੀ ਤੇ ਸਾਡੇ ਵਰਗਿਆਂ ਦੀ ਡਿਊਟੀ ਆ ਕਿ ਅਸੀਂ ਕੇਵਲ ਸਟੇਜਾਂ ਤੋਂ ਧਾਰਮਿਕ ਗੱਲ ਕਰਨੀ ਆ। ਸਾਡਾ ਸਾਰਿਆਂ ਦਾ ਹੀ ਇਹ ਫਰਜ਼ ਆ ਕਿ ਅਸੀਂ ਗੁਰਮਤਿ ਦੇ ਧਾਰਨੀ ਹੋਈਏ, ਕੋਈ ਸਿੱਖੀ ਜੀਵਨ ਅਪਣਾਈਏ, ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕਦਾ ਹੈ, ਤਾਂ ਸਾਡਾ ਗੁਰੂ ਘਰੇ ਆਇਆ ਸਫਲ ਹੁੰਦਾ ਹੈ, ਤਾਂ ਅਸੀਂ ਕਹਾਂਗੇ ਕਿ ਸਤਿਗੁਰੂ ਮਹਾਰਾਜ ਅਸੀਂ ਸਿੱਖ ਹਾਂ ਤੇ ਤੁਹਾਡੀ ਦਿੱਤੀ ਹੋਈ ਸਿੱਖੀ ਨੂੰ ਅਸੀਂ ਸਾਬਤ ਰੱਖਿਆ ਹੋਇਆ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਦੀ ਕਿਰਪਾ ਰਹਿਮਤ ਬਖਸ਼ਿਸ਼ ਕਰਨ, ਆਪ ਸੰਗਤ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਿਵਸ ਦੀਆਂ 100 ਸਾਲਾ ਸਥਾਪਨਾ ਸ਼ਤਾਬਦੀ ਹੈ, ਉਹਦੀਆਂ ਲੱਖ ਲੱਖ ਵਧਾਈਆਂ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਿਰਪਾ ਕਰਨ ਕਿ ਯੋਧਿਆਂ ਦੀ ਜਮਾਤ ਇਹ ਖੂਨ ਤੋਂ ਸਿੰਜ ਕੇ ਬਣਾਈ। ਲੋਕ ਬੜੇ ਯਤਨ ਕਰਦੇ ਨੇ, ਲੋਕ ਬੜੀਆਂ ਗੱਲਾਂ ਕਰਦੇ ਨੇ, ਇਹ ਖੜੋਤ ਆ ਗਈ, ਇਹ ਆ ਗਿਆ, ਪਰ ਸੱਚ ਕਰਕੇ ਜਾਣੋ ਜੇ ਖੜੋਤ ਆਈ ਹੋਵੇ ਤਾਂ ਖੜੋਤ ਨੂੰ ਕੱਢੀਦਾ ਹੈ, ਨਾ ਕਿ ਭਾਂਡੇ ਨੂੰ ਤੋੜ ਕੇ ਬੈਠੀਦਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਮਰਪਣ ਹੋਈਏ ਗੁਰੂ ਨੂੰ, ਗੁਰ ਸ਼ਬਦ ਨੂੰ, ਕਿਉਂਕਿ ਸਤਿਗੁਰੂ ਮਹਾਰਾਜ ਨੇ ਇਹ ਸਾਨੂੰ ਸਿਧਾਂਤ ਦਿੱਤਾ ਹੈ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਤੇ ਅਸੀਂ ਉਸ ਇੱਕ ਸ਼ਬਦ ਦੇ ਉੱਤੇ, ਇੱਕ ਬਾਣੀ ਦੇ ਉੱਤੇ, ਇੱਕ ਗ੍ਰੰਥ ਦੇ ਉੱਪਰ ਜੋ ਸਤਿਗੁਰੂ ਮਹਾਰਾਜ ਸਾਨੂੰ ਉਪਦੇਸ਼ ਕਰਦੇ ਆ, ਉਸ ਉਪਦੇਸ਼ ਦੇ ਉੱਤੇ ਚੱਲ ਸਕੀਏ ਤਾਂ ਸਾਡਾ ਜੀਵਨ ਸਫਲ ਹੈ। ਜੇਕਰ ਅਸੀਂ ਅੱਜ ਵੰਡੇ ਗਏ ਨਾ, ਅਸੀਂ ਅੱਜ ਆਪਣੇ ਜਿਹੜੇ ਢੋਲ ਵਜਾਉਣੇ ਸ਼ੁਰੂ ਕਰ ਲਏ, ਅਸੀਂ ਅੱਜ ਸੱਚ ਕਰਕੇ ਜਾਣੋ ਅਸੀਂ ਅੱਜ ਵੱਖ-ਵੱਖ ਸੰਪਰਦਾਵਾਂ ਦੇ ਨਾਂ ਤੇ, ਵੱਖ-ਵੱਖ ਧੜਿਆਂ ਦੇ ਨਾਂ ਤੇ ਵੰਡੇ ਜਾ ਰਹੇ ਹਾਂ। ਪਰ ਸਾਨੂੰ ਇੱਕ ਦਿਨ ਇਹੋ ਜਿਹਾ ਕਰਮ ਜ਼ਰੂਰ ਕਰਨਾ ਪਏਗਾ ਕਿ ਸਾਨੂੰ ਇੱਕ ਗ੍ਰੰਥ ਤੇ ਇੱਕ ਪੰਥ ਦਾ ਲੜ ਫੜਨਾ ਪਏਗਾ, ਨਹੀਂ ਤੇ ਸਾਡੀ ਤਾਕਤ ਬਾਬਾ
ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੇ 12 ਮਿਸਲਾਂ ਸੀ ਸਿੱਖਾਂ ਦੀਆਂ ਤੇ ਜਦੋਂ ਸਿੱਖਾਂ ਦੇ ਉੱਪਰ ਹਮਲਾ ਹੋਣਾ ਮਿਸਲਾਂ ਨੇ ਵੀ ਆਪਸ ਦੇ ਵਿੱਚ ਲੜਦੇ ਰਹਿਣਾ ਪਰ ਜਦੋਂ ਬਾਹਰੋਂ ਹਮਲਾ ਹੋਣਾ ਉਸ ਵੇਲੇ ਸਿੱਖ ਜਿਹੜੇ ਸੀ ਉਹ ਇਕੱਠੇ ਹੋ ਜਾਂਦੇ ਸੀ ਤੇ ਇਹੀ ਕਾਰਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਮਹਾਰਾਜ ਜਿਹੜਾ ਪੰਜਾਬ ਦਾ ਮਹਾ ਪੰਜਾਬ ਜਿਹੜਾ ਸੀ ਉਹ ਪੈਦਾ ਕਰ ਦਿੱਤਾ ਉਹ ਮਹਾ ਪੰਜਾਬ ਜਿਹੜਾ ਸੀ ਬਣਾ ਦਿੱਤਾ। ਇਹ ਤਾਂ ਹੁੰਦਾ ਹੈ ਕਿ ਜੇਕਰ ਅਸੀਂ ਇਕੱਠੇ ਹੋਵਾਂਗੇ ਜੇਕਰ ਅਸੀਂ ਧੜਿਆਂ ਦੇ ਵਿੱਚ ਵੰਡੇ ਜਾਵਾਂਗੇ ਨਾ ਕਿ ਫਲਾਨਾ ਫਲਾਨੀ ਪਾਰਟੀ ਦਾ ਫਲਾਨਾ ਫਲਾਣੇ ਧੜੇ ਦਾ ਫਲਾਨਾ ਫਲਾਨੀ ਸੰਪਰਦਾ ਨੂੰ ਮੰਨਦਾ ਹੈ ਫਿਰ ਅਸੀਂ ਸਾਡੀ ਤਾਕਤ ਘਟੇਗੀ ਤੇ ਜੇ ਤਾਕਤ ਘਟਦੀ ਰਹੀ ਤੇ ਅਸੀਂ ਹੌਲੀ ਹੌਲੀ ਜਿਹੜੇ ਆ ਉਹ ਖੀਨ ਹੁੰਦੇ ਜਾਵਾਂਗੇ। ਕੋਈ ਵੀ ਆ ਕੇ ਸਾਨੂੰ ਭੜਕਾ ਸਕਦਾ ਹੈ ਕੋਈ ਵੀ ਆ ਕੇ ਲੁੱਟ ਸਕਦਾ ਹੈ ਕੋਈ ਵੀ ਆ ਕੇ ਸਾਨੂੰ ਮੂਰਖ ਬਣਾ ਕਰਕੇ ਸਾਡੇ ਵਿੱਚੋਂ ਆਪਣਾ ਫਾਇਦਾ ਲੈ ਸਕਦਾ ਹੈ। ਸੋ ਗੁਰੂ ਪਿਆਰਿਓ ਕੇਵਲ ਗੁਰ ਸ਼ਬਦ ਦਾ ਆਸਰਾ ਲੈਂਦਿਆਂ ਹੋਇਆਂ ਮਨ ਦੇ ਵਿੱਚ ਦ੍ਰਿੜਤਾ ਕਰ ਲਓ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ ਹਾਂ ਖਾਲਸਾ ਪੰਥ ਸਾਡੀ ਜਮਾਤ ਆ ਤੇ ਅਸੀਂ ਇਹਦੇ ਤੋਂ ਵੱਖ ਕਦੇ ਨਹੀਂ ਹੋਣਾ ਤਾਂ ਹੀ ਸਾਡਾ ਜੀਵਨ ਸਫਲਾ ਹੋਵੇਗਾ। ਸਤਿਗੁਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਪ ਸਥਾਨ ਤੇ ਆਇਓ ਗੁਰੂ ਸਾਹਿਬ ਬਖਸ਼ਿਸ਼ ਰਹਿਮਤ ਕਰਨ ਸਾਡਾ ਜੀਵਨ ਸਫਲਾ ਹੋਵੇ ਸਾਡਾ ਜੀਵਨ ਦੀਆਂ ਘੜੀਆਂ ਸਫਲ ਹੋ ਜਾਣ। ਇੱਕ ਵਾਰੀ ਫਿਰ ਆਪ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰ ਮਹਾਰਾਜ ਕਿਰਪਾ ਕਰਨ ਦੀ ਇਸੇ ਤਰ੍ਹਾਂ ਅਸੀਂ ਆਪਣੀ ਨੁਮਾਇੰਦਾ ਜਮਾਤ ਜਿਹੜੀ ਹੈ ਉਹਦੇ ਸਹਿਯੋਗੀ ਬਣ ਸਕੀਏ ਤੇ ਨਾਲ ਖੜ ਸਕੀਏ ਔਰ ਨਾਲ ਹੀ ਸਤਿਗੁਰ ਮਹਾਰਾਜ ਕਿਰਪਾ ਕਰਨ ਦੀ ਆਪ ਜੀ ਨੇ ਦੀਵਾਨ ਦੇ ਵਿੱਚ ਹਾਜ਼ਰੀ ਭਰੀ ਸਭਨਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਹੋਵੇ। ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਜੋਗਾ ਕਮਿਸ਼ਨਰ ਕਾਲਾ ਗੁਰਾਇਆ ਉਹ ਜੱਥਾ ਆਪ ਸੰਗਤਾਂ ਨੂੰ ਅੱਧੇ ਘੰਟੇ ਵਾਸਤੇ ਗੁਰ ਇਤਿਹਾਸ ਸਰਵਣ ਕਰਾਏਗਾ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ੋ ਆਸੀਸ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।